ਭਾਈ ਨੇ ਅੱਜ ਕਿਹੜਾ ਸਕੂਟਰ ਲੈਣਾ ਸੀ ਤੇ ਕਿੱਥੇ ਅਸੀਂ ਗਏ ਹੋਂਡਾ ਸਕੂਟਰ ਲੈਣ ਇਸ ਵਲੋਗ 'ਚ ਗੁੱਸਾ ਕਿਹੜੀ ਵਜ੍ਹਾ ਨਾਲ ਹੋ ਗਿਆ ਉਹ ਵੀ ਮੈਂ ਤੁਹਾਨੂੰ ਇਸ ਵਲੋਗ 'ਚ ਜੀ ਅਸਲਾਮੁ ਅਲੈਕੁਮ ਵ ਰਹਿਮਤੁਲਾਹਿ ਵ ਬਰਕਾਤ। ਸ਼ੁਰੂ ਕਰਦੇ ਆਂ ਅੱਜ ਦਾ ਮਿੱਠਾ ਔਰ ਪਿਆਰਾ ਜਿਹਾ। ਸਵੇਰੇ ਮਹੱਲੇ ਦੇ ਵਿੱਚ ਨਾਇਸ ਮੁੰਡੇ ਦੇ ਕੋਲ ਖੜਾ ਕਾਰੀ ਭਾਈ ਕਹਿੰਦਾ ਮੈਂ ਸਕੂਟਰ ਲੈਣ ਜਦੋਂ ਇਹ ਗੱਲ ਸੁਣੀ ਮੈਂ ਕਿਹਾ ਕਾਰੀ ਇਹ ਨਹੀਂ ਹੋ ਸਕਦਾ, ਕਹਿੰਦਾ ਤੂੰ ਆਇਆ ਮੇਰੇ ਨਾਲ। ਠੀਕ ਹੋ ਗਿਆ ਕਾਰੀ ਭਾਈ, ਸਕੂਟਰ ਲਵੇ ਜਾਂ ਨਾ ਲਵੇ ਲੇਕਿਨ ਅਸੀਂ ਕੋਈ ਨਾ ਕੋਈ ਸ਼ੈ ਸ਼ਹਿਰੋਂ ਜ਼ਰੂਰ ਠੀਕ ਆ ਭਾਈ ਜੀ, ਜਿਹੜੀ ਸ਼ੈ ਤੂੰ ਕਹੇਂਗਾ ਉਹੀ ਸ਼ੈ ਖਵਾ ਦਾਂਗੇ, ਮਸਲਾ ਕਾ ਠੀਕ ਹੋ ਗਿਆ ਕਾਰੀ ਭਾਈ। ਲਓ ਜੀ ਮਿੱਤਰੋ ਪਿੰਡੋਂ ਸ਼ਹਿਰ ਨੂੰ ਜਾਂਦੇ ਪਏ ਆ, ਕਾਰੀ ਭਾਈ ਵਾਕਈ ਸਕੂਟਰ ਲੈ ਕਾਰੀ ਭਾਈ ਤੂੰ ਸਕੂਟਰ ਨਾ ਲੈ, ਫਜ਼ਾਈਆ ਜੇ ਇੱਕ ਪਲਾਟ ਲੈ ਲੈ। ਕਹਿੰਦਾ ਨਹੀਂ ਯਾਰ ਪਲਾਟ ਤਾਂ ਆਪਣੇ ਕੋਲ ਸਕੂਟਰ ਦੀ ਕਮੀ ਆ, ਉਹ ਵੀ VIP ਉੱਤੇ ਲੱਠੇ ਦਾ ਸੂਟ ਪਾ ਕੇ ਥੱਲੇ ਹੋਵੇ ਸਕੂਟਰ ਚੱਸ ਫੇਰੀ ਆ। ਸ਼ੇਖ ਸਾਹਿਬ ਜ਼ਰਾ ਸਕੂਟਰ ਨੂੰ ਮੰਡ ਕੇ ਰੱਖੋ ਕਿਉਂਕਿ ਸ਼ਹਿਰ ਜਲਦੀ ਜਲਦੀ ਅਸੀਂ ਪਹੁੰਚ ਜਾਈਏ, ਕਿਉਂਕਿ ਯਾਰ ਕੰਮ ਖਰਾਬ ਇਸ ਵਜ੍ਹਾ ਤੋਂ ਮੈਂ ਕਹਿ ਰਿਹਾ। ਮੈਂ ਕਿਹਾ ਕਾਰੀ ਭਾਈ ਨਾ ਮੁੱਕਰ ਜਾਣ ਸਕੂਟਰ ਲੈਣ ਤੋਂ। ਲਓ ਜੀ ਮਿੱਤਰੋ ਫਾਤਮਾ ਜਨਾਹ ਰੋਡ ਤੇ ਕਾਰੀ ਭਾਈ ਕਿਹੜੇ ਹੋਂਡੇ ਤੇ ਜਾਣਾ, ਕਹਿੰਦਾ ਅਮੀਨ ਹੋਂਡੇ ਤੇ ਜਾਣਾ, ਉੱਥੋਂ ਲੈਣਾ ਮੈਂ ਸਲਫ ਵਾਲਾ। ਸਲਾਹ ਲੈਣ ਦੀ ਸੀ ਜੀ 70, ਇੱਥੇ ਜਦੋਂ ਆ ਕੇ ਪਤਾ ਕੀਤਾ ਕਹਿੰਦੇ 70 ਤਾਂ ਹੋ ਗਏ। ਨਹੀਂ ਕਹਿੰਦਾ ਸਕੂਟਰ ਕੋਈ ਨਾ ਕੋਈ ਮੈਂ ਲੈ ਕੇ ਜਾਣਾ। ਮੈਂ ਕਿਹਾ ਆ ਦੇਖ ਲੈ ਫਿਰ ਸਲਫ ਵਾਲੇ 125 ਖੜੇ ਆ, ਪ੍ਰਾਈਡਰ ਖੜੇ ਆ, ਦੇਖ ਲੈ ਕਿਹੜਾ। ਕਾਰੀ ਰੋਣੇ ਵਾਲਾ ਮੂੰਹ ਬਣਾ ਕੇ ਕਹਿੰਦਾ ਯਾਰ ਮੈਂ ਤਾਂ 70 ਲੈਣਾ ਸੀ। ਮੈਂ ਕਿਹਾ ਯਾਰ ਕੋਈ ਨਾ ਕੋਈ ਹੱਲ ਕੱਢ ਲੈ। ਜਨਾਬ 70 ਕਿੰਨੀ ਕੁ ਦੇਰ ਚ ਆ ਜਾਏਗਾ, ਕਹਿੰਦਾ ਯਾਰ ਉਹਨੂੰ ਥੋੜਾ ਟਾਈਮ ਲੱਗ ਜਾਣਾ। ਮੈਂ ਕਿਹਾ ਕਾਰੀ ਫਿਰ ਸਲਫ ਵਾਲਾ 125 ਹੀ ਦੇ ਹੈ ਸ਼ਾਰਟ 125 ਲੈ ਲਈ। ਯਾਰ 25 ਮਾਡਲ ਜਿਹੜੀ ਨਾ ਲੱਗ ਨਹੀਂ ਰਹੀ ਹੈ, ਆ 1 ਦੇਖ ਲੈ ਸਲਫ ਸਟਾਰਟ ਆ ਇਹ, ਠੀਕ ਹੈ। ਇਹ ਵੀ ਬੁਕਿੰਗ ਕਰਾਉਣਾ ਪੈਣਾ, ਲੱਭਣਾ ਕੋਈ ਨਹੀਂ ਇਹ ਵੀ, ਠੀਕ ਹੈ। ਬਿਨਾ ਤਕੱਲਫ 125 ਕਰਾਤਾ ਜੀ ਬੁਕਿੰਗ। ਕਾਰੀ ਨੇ ਫੜ ਲਏ ਕਾਗਜ਼ਾਤ, ਨਾਲੇ ਫੜ ਲਿਆ ਆਪਣਾ ਸ਼ਨਾਖਤੀ ਕਾਰਡ। ਜੀਓ ਸਾਹਿਬ ਲਿਆਓ ਇੱਕ ਵਾਰੀ ਮੈਂ ਪੜ ਲਵਾਂ। ਲਓ ਜੀ ਕੰਮ ਬਿਲਕੁਲ ਓਕੇ ਹੈ। ਮੈਂ ਕਿਹਾ ਕਾਰੀ ਚੱਲੀਏ, ਕਾਰੀ ਭਾਈ ਚੱਲੀਏ। ਮੈਂ ਜਾਣਾ ਓ ਯਾਰ ਗੁੱਸਾ ਨਹੀਂ ਕਰਨਾ ਹੁੰਦਾ, ਹੋ ਗਈ ਯਾਰ ਹੋ ਨਹੀਂ ਗਈ ਲੈ ਜਾਾਂਗੇ ਹੁਣ, ਠੀਕ ਹੈ। ਰੋਲੇ ਵਾਲੀ ਕਿਹੜੀ ਗੱਲ ਆ, ਚੱਲ ਆ ਕੇ ਪਿਆ ਕਰ ਆ ਜਾ ਮਿੱਤਰੋ। ਮੈਂ ਕਿਹਾ ਜੱਟ ਸਾਹਿਬ ਸਕੂਟਰ ਮੋੜੋ। ਲਓ ਜੀ ਚੈੱਕ ਕਰੋ ਨਵਾਂ 70 ਕਿਵੇਂ ਮੋੜ ਰਿਹਾ। ਹੁਣ ਦੇਖ ਵੀ ਰਿਹਾ ਪਿੱਛੇ ਨੂੰ ਟਾਇਰ ਕਿੰਨਾ ਕੁ ਘਸ ਗਿਆ, ਦੇਖੋ ਯਾਰ ਪਹਿਲੇ ਨਹੀਂ ਸ਼ਾਕਾ ਬਣਨਾ ਸੀ। ਆ ਚੈੱਕ ਕਰੋ ਜੀ ਸਾਰੇ ਟਾਇਰ ਘਸਾਤੇ, ਹੁਣ ਦੇਖਦਾ ਪਿਆ ਕਿੰਨਾ ਘਸ ਗਿਆ। ਮੀਆਂ ਦੇ ਮਸ਼ਹੂਰ ਚਨੇ ਫੜ ਲਏ। ਮੈਂ ਕਿਹਾ ਉਸਤਾਦ ਜੀ 200 ਦੇ ਚਨੇ ਤੇ ਇੱਕ ਵਿੱਚ ਆਂਡਾ 2 ਰੋਟੀਆਂ। ਅਰੇ ਭਾਈ ਚਨੇ ਚੁਣੇ ਤਾਂ ਨਹੀਂ ਖਾਣੇ, ਕਹਿੰਦਾ ਨਹੀਂ ਯਾਰ ਮੈਂ ਚਾਵਲ ਖਾਣੇ ਆ। ਮੈਂ ਕਿਹਾ ਓਕੇ ਕਰੋ ਜੀ। ਚਲੋ ਜੀ ਵੀਰਾ ਜੀ, ਮੈਂ ਕਿਹਾ ਵੀਰਾ ਜੀ ਤੋਂ ਕੀ ਖਾਣਾ, ਕਹਿੰਦਾ ਬਿਰਿਆਨੀਓ ਖਾਣੀ ਆ, ਉੱਥੇ ਹੋਰ ਲੱਭਦਾ ਕੀ ਆ। ਮੈਂ ਕਿਹਾ ਓਕੇ ਕਰੋ। ਤਕੱਲਫ ਯਾਰ ਹੁਣੀ ਪਹੁੰਚ ਗਏ ਵੀਰਾ ਜੀ ਬਿਰਿਆਨੀ ਤੇ ਉਰੇ ਮਾਸ਼ਾਅੱਲਾ ਕਾਫੀ ਰਸ਼ ਲੱਗਿਆ। ਮੈਂ ਕਿਹਾ ਉਸਤਾਦ ਜੀ 1 kg ਬਿਰਿਆਨੀ ਲਾ ਦੋ। ਲੈ ਗਿਆ, ਕਹਿੰਦਾ ਇੱਕ ਮਿੰਟ ਯਾਰ ਮੈਂ ਤਾਜ਼ਾ ਪਤੀਲਾ ਚੱਕ ਲਵਾਂ ਫਿਰ ਤੁਸੀਂ ਬਿਰਿਆਨੀ ਖਾਓ। ਬਿਰਿਆਨੀ ਸਾਹਮਣੇ ਆ ਗਈ ਆ, ਕੀ ਬਾਤ ਹੈ। 1 kg ਬਿਰਿਆਨੀ, 3 ਬੰਦੇ ਰਗੜਾ, ਕੀ ਬਾਤ ਹੈ। ਚੱਸ ਲੋ ਜ਼ਿੰਦਗੀ ਦੀ। ਪਿੰਡ ਜਿਵੇਂ ਹੀ ਪਹੁੰਚੇ ਵਾਪਸ ਤੇ ਭਾਈ ਜੀ ਸਵਾਰੀ ਦੀ ਕਾਲ ਆ ਗਈ, ਕਹਿੰਦੇ ਜਲਦੀ ਆ ਜਾਓ। ਕੀਤਾ ਪਿਕ ਤੇ ਯਾਰ ਹੁਣੀ ਪਹੁੰਚ ਗਏ 20 ਚੱਕ ਦੇ ਵਿੱਚ ਗੱਡੀ ਲਾਤੀ ਫੁੱਲ ਸਾਈਡ ਤੇ VIP ਜਗ੍ਹਾ। ਜ਼ੋਹਰ ਦਾ ਟਾਈਮ ਤਾਂ ਗੱਡੀ ਚਲਾਉਂਦੇ ਲੰਘ ਗਿਆ ਸੀ, ਲੇਕਿਨ ਨਮਾਜ਼ ਤਾਂ ਯਾਰ ਫਿਰ ਪੜ੍ਹਨੀ ਆ ਨਾ। ਹੁਣ ਚਲੀਏ ਨਮਾਜ਼ ਮਿੱਤਰੋ। ਤੁਸੀਂ ਮਸਜਿਦ ਦੇਖੋ ਯਾਰ, ਦਿਲ ਨੂੰ ਸਕੂਨ ਆ ਜਾਂਦਾ ਮਸਜਿਦ ਦੇਖ ਕੇ। 20 ਚੱਕ ਵਾਲਿਆਂ ਨੇ ਬਹੁਤ ਹੀ ਪਿਆਰੀ ਮਸਜਿਦ ਬਣਾਈ ਹੋਈ ਆ। ਸਵਾਰੀਆਂ ਤਾਂ ਮਿੱਤਰੋ ਆਉਂਦੀਆਂ ਹੀ ਰਹਿੰਦੀਆਂ, ਲੇਕਿਨ ਨਮਾਜ਼ ਆਪਣੀ ਹੈ, ਨਮਾਜ਼ ਨਹੀਂ ਛੱਡ ਸਕਦੇ ਭਾਈ। ਨਮਾਜ਼ ਤੇ ਨਮਾਜ਼ ਪੜ੍ਹ ਕੇ ਨਾ ਯਕੀਨ ਕਰੋ ਐਵੇਂ ਨਹੀਂ ਜਿਵੇਂ ਦਿਲ ਤੋਂ ਬੋਝ ਜਿਹਾ ਉਤਰ ਜਾਂਦਾ, ਕਿ ਉਹ ਹਿਸਾਬ ਆ ਯਾਰ। ਨਮਾਜ਼ ਲਾਜ਼ਮੀ ਪੜ੍ਹਿਆ ਕਰੋ। ਤੁਸੀਂ ਕਹਿੰਦੇ ਹੋਣੇ ਆ ਚੱਕ ਯਾਰ ਕੈਸਾ ਆ। ਲਓ ਜੀ 20 ਚੱਕ ਦਾ ਆ ਹੈਗਾ ਜੀ ਮੇਨ ਬਾਜ਼ਾਰ, ਤੁਸੀਂ ਆਪੇ ਹੀ ਦੇਖ ਲਓ। ਆਪਣਾ ਜਿੰਨੀ ਇਹਨਾਂ ਦੀ ਪਿੰਡ ਦੇ ਵਿੱਚ ਮੇਨ ਬਾਜ਼ਾਰ 'ਚ ਰੌਣਕ ਆ, ਉਨੀ ਸਿਰਫ ਸਾਡੇ ਮਹੱਲੇ ਦੇ ਵਿੱਚ ਰੌਣਕ। ਮਿੱਤਰੋ ਸਵਾਰੀ ਦੀ ਬੈਠਕ 'ਚ ਪਹੁੰਚਿਆ, ਮਾਸ਼ਾਅੱਲਾ ਇੱਥੇ ਤਾਂ ਖਾਣ ਪੀਣ ਨੂੰ ਲੰਗਰ ਸ਼ਰੀਫ ਖੁੱਲਾ ਹੀ ਆ ਗਿਆ। ਹਾਏ ਮੂੰਹ 'ਚ ਪਾਣੀ ਆ ਗਿਆ ਓਏ। ਤੁਸੀਂ ਮੇਰੇ ਵੱਲੋਂ ਕੀ ਦੇਖ ਰਹੇ ਆ? ਬਿਸਮਿਲ੍ਲਾ ਪੜ ਕੇ ਯਾਰਾਂ ਨੇ ਦੇ ਦਿੱਤਾ ਰਗੜਾ, ਸਵਾਦ ਸਾਰਾ ਹੀ ਆ ਗਿਆ। ਮਿੱਤਰੋ ਚਾਹ ਵੀ ਦੁੱਧ ਪੱਤੀ ਲੱਗ ਰਹੀ ਆ, ਹੁਣ ਪੀ ਕੇ ਦੇਖਦੇ ਆ ਕੈਸੀ ਆ। ਲਓ ਜੀ ਮਿੱਤਰੋ ਜਿਵੇਂ ਪਹਿਲਾ ਘੁੱਟ ਭਰਿਆ ਵਾਕਈ ਦੁੱਧ ਪੱਤੀ ਸੀ, ਸਵਾਦ ਸਾਰਾ ਹੀ ਆ ਗਿਆ। ਓਕੇ ਭਾਈ ਜੀ, ਬਾਏ ਬਾਏ।